नौकरी पर है आपका हक, चले लक्ष्य से लक्ष्य तक, बेरोजगारी से करने दो दो हाथ। लक्ष्य आ रहा है ऑनलाइन अपनी पूरी टीम के साथ। नमस्कार, स्वागत आपका के हरियाणा पे। मैं हूं आपके साथ रमेश जाखड़। बीते दिन 25 दिसंबर को भारतीय जनता पार्टी के नेताओं के साथ किसानों की कुछ झड़प हुई थी। झंडे फाड़ने का एक मामला सामने आया था। उसके बाद किसानों ने भारतीय जनता पार्टी के तमाम नेताओं पर मामला दर्ज करवाने की मांग को लेकर के सिटी थाना का घेराव भी किया था, धरना वहाँ पे भी दिया था। तो ऐसे में उसके बाद अगर बात करूं तो उन नेताओं पे पर्चा दर्ज नहीं किया गया था, शिकायत पे इम्प्लीमेंट नहीं किया गया था। उसके बाद किसानों ने रोड जाम किए थे। रोड जाम करने के बाद प्रशासन हरकत में आया और कुछ लोगों के खिलाफ मामला दर्ज किया। अब ये बात अब तक भी क्लियर नहीं हुई है कि किन किन के खिलाफ मामला दर्ज किया है। तरह तरह के हथकंडे अपनाने के बाद भी पता नहीं चल पाया है। तो अभी मेरे साथ किसान नेता SP सिंह मौजूद हैं, उनसे बातचीत करते हैं कि आखिर पूरा क्या मामला था और क्या आगे कार्रवाई की गई है। क्या ये कार्रवाई से संतुष्ट हैं या फिर इस लड़ाई को और लंबा तक लड़ा जाएगा। SP जी, अगर बात करें तो आपने 3 नेताओं के नाम लगातार लिए जा रहे थे कि उन पे मामला दर्ज करवाया जाना चाहिए। सबसे पहले तो वो नेता कौन कौन से थे और क्या वहाँ पे कहानी हुई थी? ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਇਹਦੀ ਜਿੱਥੋਂ ਹੋਈ ਹੈ ਜੀ। ਅਸੀਂ ਕੱਲ ਹਰਿਆਣਾ ਕਿਸਾਨ ਏਕਤਾ ਦੀ ਟੀਮ ਸਾਡੀ ਇਹ ਗੱਡੀ ਲੈ ਕੇ ਅਸੀਂ ਜਥੇਬੰਦੀ ਦੇ ਆਪਣੀ ਦੇ ਝੰਡੇ ਲੈ ਕੇ ਵਾਪਸ ਆ ਰਹੇ ਸੀ। ਹਾਲਾਂਕਿ ਜਿਹੜੇ ਉੱਥੇ ਵਿਰੋਧ ਪ੍ਰਦਰਸ਼ਨ ਹੋ ਰਹੇ ਸੀ ਉਹ ਸਾਰੇ ਕਰ ਚੁੱਕੀਆਂ ਸੀ, ਸਾਰੀਆਂ ਸਮੂਹਿਕ ਜਥੇਬੰਦੀਆਂ ਇਕੱਠੇ ਹੋ ਕੇ। ਤਾਂ ਜਦੋਂ ਅਸੀਂ ਆਪਦੇ ਘਰ ਨੂੰ ਆ ਰਹੇ ਸੀ ਤਾਂ ਸਾਡਾ ਸਾਥੀ ਲਖਵਿੰਦਰ ਲੱਖਾ ਸਾਨੂੰ ਕਹਿੰਦਾ ਵੀ ਚਾਹ ਪੀ ਕੇ ਜਾਇਓ। ਤਾਂ ਜਿਵੇਂ ਅਸੀਂ ਗੁਜ਼ਰ ਰਹੇ ਸੀ, 2 ਗੱਡੀਆਂ ਸੀ, ਅਗਲੀ ਗੱਡੀ ਦੇ ਵਿੱਚ 2 ਸਾਥੀ ਸੀ, ਅਸੀਂ 3 ਸਾਥੀ ਇਸ ਗੱਡੀ ਦੇ ਵਿੱਚ ਸੀ। ਇਹਨਾਂ ਦਾ BJP ਦਾ ਇਲੈਕਸ਼ਨ ਆ, ਨਗਰ ਪਰਿਸ਼ਦ ਦਾ ਚੱਲ ਰਿਹਾ। ਇਹਨਾਂ ਦੇ ਆਫਿਸ ਦੇ ਅੱਗੋਂ ਜਿਵੇਂ ਹੀ ਅਸੀਂ ਲੰਘਣ ਲੱਗੇ, ਜਿੱਥੇ ਕਿ ਅਦਿੱਤਿਆ ਚਟਾਲਾ ਖੁਦ ਨਾਲ ਪ੍ਰਦੀਪ ਰਾਤੂਸਰੀਆ, ਹਰੀਸ਼ ਮਹਿਤਾ ਆਪਦੇ 25-30 ਸਾਥੀਆਂ ਨੂੰ ਲੈ ਕੇ ਸਾਡੀ ਗੱਡੀ ਨੂੰ ਇਹਨਾਂ ਨੇ ਘੇਰ ਲਿਆ। ਸਾਡਾ ਝੰਡਾ ਅੱਗੇ ਲੱਗਿਆ ਹੋਇਆ ਸੀ ਕਿਸਾਨੀ ਦਾ, ਉਹਨੂੰ ਵੀ ਪੱਟ ਕੇ ਤੇ ਮਾਰਕੁੱਟ ਕਰਨੀ ਸਾਡੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ, ਜਿਹੜੀ ਤੇ ਗੱਡੀ ਦੀ ਤੋੜ-ਫੋੜ ਕਰੀ ਇਹਨਾਂ ਨੇ। ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਹ ਹਰਕਤਾਂ ਕੀਤੀਆਂ, ਉੱਥੋਂ ਦੇ ਲੋਕਲ ਵਾਸੀਆਂ ਨੇ ਤੇ ਹੋਰ ਲੋਕਾਂ ਨੇ ਸਾਨੂੰ ਬਚਾ ਕੇ ਉੱਥੋਂ ਕਢਵਾਇਆ। ਉਦੋਂ ਨੂੰ ਸਾਡੇ ਕਿਸਾਨ ਵੀਰ ਵੀ ਕੁਝ ਉੱਥੇ ਪਹੁੰਚ ਗਏ ਸਾਰਾ ਹੱਲਾ ਗੁੱਲਾ ਸੁਣ ਕੇ। ਤਾਂ ਜਦੋਂ ਹੀ ਅਸੀਂ ਇਸ ਦੀ ਸ਼ਿਕਾਇਤ ਕਰਨ ਸਿਟੀ ਥਾਣਾ ਸਰਸਾ ਦੇ ਵਿੱਚ ਪਹੁੰਚੇ ਤਾਂ ਇਹਨਾਂ ਦੇ ਨਾਮ ਤੇ ਜਦੋਂ ਅਸੀਂ 3 ਨੇਤਾਵਾਂ ਦੇ ਦਰਖਾਸਤ ਦਿੱਤੀ ਤਾਂ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਪ੍ਰਸ਼ਾਸਨ ਨੇ ਸਾਫ਼ ਮਨਾ, ਹਾਲਾਂਕਿ ਉੱਥੇ ਮੌਕੇ ਤੇ 4-5 DSP ਵੀ ਮੌਜੂਦ ਸੀ, 3-4 SHO ਵੀ ਮੌਜੂਦ ਸੀਗੇ। ਤਾਂ ਇਹਨਾਂ ਨੇ ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਇਹਨਾਂ ਦੇ ਨਾਮ ਤੇ ਦਰਖਾਸਤ ਨਹੀਂ ਲਵਾਂਗੇ, ਕੋਈ FIR ਦਰਜ ਨਹੀਂ ਹੋਊਗੀ ਇਹਨਾਂ ਦੇ ਨਾਮ ਤੇ। ਤੁਸੀਂ ਇਹ ਉੱਤੋਂ ਸਾਨੂੰ ਸਾਡੇ ਤੇ ਪ੍ਰੈਸ਼ਰ ਬਣਾਇਆ ਗਿਆ ਕਿ ਤੁਸੀਂ ਇਹ ਕਹਿ ਦਿਓ ਵੀ ਕੋਈ ਵੀ BJP ਕਾਰਿਆਕਰਤਾ ਸੀਗੇ ਅਨਨੋਨ ਦੇ ਖਿਲਾਫ ਦਰਖਾਸਤ ਦੇ ਦਿਓ। ਤਾਂ ਜਦੋਂ ਇਹ ਸਾਡੇ ਨਾਲ ਜ਼ਿਆਦਤੀ ਉੱਤੇ ਹੋਣ ਲੱਗੀ ਤਾਂ ਅਸੀਂ ਮੈਸੇਜ ਲਾਇਆ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਸਾਡੇ ਕਿਸਾਨ ਮਜ਼ਦੂਰ ਭਰਾ ਸਾਰਾ ਵਰਗ ਸਾਡੇ ਨਾਲ ਉੱਥੇ ਆ ਕੇ ਖੜਾ ਹੋ ਗਿਆ। ਸਿਟੀ ਥਾਣੇ ਨੂੰ ਘੇਰ ਲਿਆ ਗਿਆ। ਉਸ ਤੋਂ ਬਾਅਦ ਜਿਵੇਂ ਮੈਸੇਜ ਅੱਗੇ ਫੈਲਿਆ ਤਾਂ ਵੱਖ-ਵੱਖ ਥਾਵਾਂ ਤੇ ਸੜਕਾਂ, ਲਿੰਕ ਰੋਡਾਂ ਤੱਕ ਜਾਮ ਹੋ ਗਈਆਂ। ਤਾਂ ਪ੍ਰਸ਼ਾਸਨ ਨੇ ਸਾਨੂੰ ਕਿਹਾ, ਕਹਿੰਦੇ ਵੀ ਅਸੀਂ 3 ਦੇ ਵਿੱਚੋਂ ਕਿਸੇ ਇੱਕ ਦੇ ਉੱਤੇ ਪਰਚਾ ਦਰਜ ਕਰ ਦਿੰਦੇ ਹਾਂ। ਅਸੀਂ ਕਿਹਾ ਜੀ ਅਸੀਂ ਐਪਲੀਕੇਸ਼ਨ ਦਿੱਤੀ ਹੋਈ ਆ, ਉਹਦੇ ਵਿੱਚ ਅਸੀਂ 3 ਦੇ ਨਾਮ ਦਿੱਤੇ ਆ, ਤਾਂ ਤੁਸੀਂ ਉਹਨਾਂ ਤੇ ਪਰਚਾ ਦਰਜ ਕਰੋ। ਪਰ ਉਹਨਾਂ ਨੇ ਫਿਰ ਸਾਫ਼ ਮਨਾ ਕਰ ਦਿੱਤਾ। ਅਖੀਰ ਦੇ ਵਿੱਚ ਅਸੀਂ ਆਪਦੇ ਅੰਦੋਲਨ ਦੇ ਹੱਕ ਦੇ ਵਿੱਚ ਸਾਨੂੰ ਇਹ ਲੱਗਿਆ ਕਿ ਅੱਜ ਜੇ ਅਸੀਂ ਇਸ ਸਿਸਟਮ ਦੇ ਖਿਲਾਫ ਲੜਦੇ ਹਾਂ ਜਾਂ ਇਸ ਗੁੰਡੇ ਬੰਦੇ ਦੇ ਖਿਲਾਫ ਸਾਨੂੰ ਪਰਚਾ ਕਰਵਾਉਣਾ ਪੈਂਦਾ, ਜੇ ਅਸੀਂ ਇੱਥੇ ਕੋਈ ਮੋਰਚੇ ਲਾ ਕੇ ਬੈਠਦੇ ਹਾਂ, ਅਸੀਂ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਦੇਣੀ ਚਾਹੁੰਦੇ ਸੀ ਤੇ ਨਹੀਂ ਚਾਹੁੰਦੇ ਸੀ ਸਾਡੇ ਇਸ ਅੰਦੋਲਨ ਨੂੰ ਕੋਈ ਢਾਹ ਲੱਗੇ। ਤੇ ਉਹ ਸਾਨੂੰ ਮਜਬੂਰੀ ਦੇ ਵਿੱਚ ਜਿਹੜੇ ਫੈਸਲੇ ਲੈਣੇ ਪਏ ਆ। ਇਹਨਾਂ ਨੇ ਜਿਹੜਾ ਪਰਚਾ ਦਰਜ ਕੀਤਾ ਉਹਦੇ ਵਿੱਚ ਅੱਗੇ ਬਿਆਨਾਂ ਦੇ ਵਿੱਚ ਸਾਡਾ ਨਾਮ ਦਰਜ ਕੀਤਾ, ਇਹਨਾਂ ਦਾ ਨਾਮ ਦਰਜ ਕੀਤਾ ਜਿਹੜਾ ਹਰੀਸ਼ ਮਹਿਤਾ ਉਰਫ ਗੋਲੂ ਆ। ਤੇ ਸਾਨੂੰ ਇਹ ਵੀ ਕਿਹਾ ਗਿਆ ਕਿ ਅਸੀਂ ਇਹਨਾਂ ਦੀ ਅਰੈਸਟ ਵੀ ਕਰਾਂਗੇ। ਪਰ ਆਪਾਂ ਨੂੰ ਪਤਾ ਹੀ ਹੈ ਜਿਹੜਾ ਸਰਕਾਰ ਦੇ ਪ੍ਰੈਸ਼ਰ ਦੇ ਹੇਠ ਇਹ ਕੁਝ ਹੋ ਰਿਹਾ, ਉਹ ਕਿਵੇਂ ਇਹਨਾਂ ਦੀ ਗੁੰਡਾਗਰਦੀ ਨੂੰ ਉਤਸ਼ਾਹ ਦੇ ਕੇ ਇਹਨਾਂ ਨੂੰ ਵਧਾਵਾ ਦਿੱਤਾ ਜਾ ਰਿਹਾ ਕਿ ਇਹਨਾਂ ਦੀ ਗੁੰਡਾਗਰਦੀ ਆਈ ਵਧੇ ਫੁੱਲੇ ਤੇ ਪ੍ਰਸ਼ਾਸਨ ਇਹਨਾਂ ਦਾ ਸਾਥ ਦੇ ਰਿਹਾ। ਅਸੀਂ ਇਸ ਕਾਰਵਾਈ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹੈਗੇ। ਅੱਛਾ, ਮਤਲਬ ਕਿ ਤੁਸੀਂ 3 ਦੇ ਨਾਂ ਦਿੱਤੇ ਸੀ ਤੇ ਇੱਕ ਦੇ ਖਿਲਾਫ ਮਾਮਲਾ ਦਰਜ ਕੀਤਾ ਬਾਈ ਨੇ? ਉਹ ਵੀ ਬਿਆਨ ਲਿਖਿਆ ਜੀ, ਕੋਈ ਇਹਨਾਂ ਨੇ ਮਾਮਲਾ ਨਹੀਂ ਦਰਜ ਕੀਤਾ। ਜਿਹੜੀ FIR ਦੀ ਗੱਲ ਕਰੀਏ 787 ਨੰਬਰ ਰਾਤ ਆਨਲਾਈਨ ਸ਼ੋਅ ਹੋ ਰਹੀ ਸੀ, ਇਸ ਟਾਈਮ ਉਹ FIR ਵੀ ਆਨਲਾਈਨ ਤੱਕ ਸ਼ੋਅ ਨਹੀਂ ਹੋ ਰਹੀ। ਤਾਂ ਆਪਣਾ ਨੂੰ ਸਮਝ ਆ ਰਹੀ ਆ ਸਰਕਾਰ ਆਪਦੇ ਗੁੰਡਿਆਂ ਦੇ ਪ੍ਰਤੀ ਕਿੰਨੀ ਹਮਦਰਦੀ ਨਿਭਾ ਰਹੀ ਹੈ। ਇਹਨਾਂ ਨੂੰ ਆਮ ਲੋਕਾਂ ਦੀ ਕੋਈ ਫਿਕਰ ਨਹੀਂ, ਇਹ ਸਿਰਫ ਗੁੰਡਾਗਰਦੀ ਨੂੰ ਭਾਜਪਾ ਸਰਕਾਰ ਬੜਾਵਾ ਦੇ ਰਹੀ ਆ ਤੇ ਪ੍ਰਸ਼ਾਸਨ ਇਹਨਾਂ ਦਾ ਸਾਥ ਦੇ ਰਿਹਾ। ਇੱਕ ਚਰਚਾ ਇਹ ਵੀ ਸੁਣਨ ਨੂੰ ਮਿਲੀ ਹੈ ਕਿ ਜਿਹੜਾ ਬਿਆਨ ਤੁਸੀਂ ਲਿਖ ਕੇ ਪੁਲਿਸ ਨੂੰ ਦੇ ਰਹੇ ਸੀ ਉਹਦੇ 'ਚ 3 ਨੇਤਾਵਾਂ ਦੇ ਨਾਂ ਸੀ ਤੇ ਉਹ ਐਪਲੀਕੇਸ਼ਨ ਨੂੰ ਪੁਲਿਸ ਨੇ ਨਕਾਰਤਾ ਕਿ ਅਸੀਂ ਇਹ ਐਪਲੀਕੇਸ਼ਨ ਨਹੀਂ ਲਵਾਂਗੇ, ਅਸੀਂ ਆਪੇ ਆਪ ਲਿਖਾਂਗੇ ਜਾਂ ਕੁਝ? ਬਿਲਕੁਲ ਜੀ, ਅੰਦਰ ਬਿਠਾ ਕੇ ਸਾਰੇ ਇਸੇ ਤਰ੍ਹਾਂ ਦੇ ਧੱਕੇ ਕੀਤੇ ਗਏ ਆ ਸਾਡੇ ਨਾਲ। ਉੱਥੇ ਕੋਈ ਸੁਣਵਾਈ ਨਹੀਂ ਸੀ। ਤੁਹਾਨੂੰ ਮੈਂ ਮੇਨ ਗੱਲ ਜਿਹੜੀ ਦੱਸੀ, ਅਸੀਂ ਨਹੀਂ ਚਾਹੁੰਦੇ ਸੀ ਸਾਡੇ ਅੰਦੋਲਨ ਨੂੰ ਕੋਈ ਢਾਹ
ਘਾਹ ਲੱਗੇ, ਸਾਡਾ ਅੰਦੋਲਨ ਖਰਾਬ ਹੋਵੇ, ਸਾਡੇ ਮੁੱਦੇ ਭੜਕਣ, ਜਿਹੜੀ ਵੱਡੀ ਗਿਣਤੀ 'ਚ ਸਾਡੇ ਭਰਾ ਦਿੱਲੀ ਬੈਠੇ ਆ ਜਾਂ ਇੱਥੇ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ, ਅਸੀਂ ਉਸ ਦੇ ਪੱਖ 'ਚ ਰਾਤ ਜਿਹੜਾ ਫੈਸਲਾ ਸਮੂਹਿਕ ਸਾਨੂੰ ਠੀਕ ਲੱਗਿਆ, ਉਹ ਸਰਕਾਰ ਦੇ ਪ੍ਰੈਸ਼ਰ 'ਚ ਹੀ ਇਹ ਸਾਰਾ ਕੁਝ ਹੋਇਆ। ਪ੍ਰਸ਼ਾਸਨ ਉਹਨਾਂ ਦਾ ਸਾਥ ਦੇ ਰਿਹਾ ਸੀ। ਅਸੀਂ ਇਸ ਫੈਸਲੇ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ। ਅਸੀਂ ਅੱਜ ਵੀ ਇਸ ਗੱਲ ਤੇ ਖੜੇ ਆ ਕਿ ਅਦਿੱਤਿਆ ਚੌਟਾਲਾ, ਪ੍ਰਦੀਪ ਰਾਤੂਸਰੀਆ ਤੇ ਹਰੀਸ਼ ਮਹਿਤਾ, ਇਹ ਤਿੰਨੋਂ ਬੰਦਿਆਂ ਨੇ ਅਗਵਾਈ ਕਰਕੇ ਉਸ ਕਾਫਲੇ ਦੀ, ਗੁੰਡਿਆਂ ਦੇ ਕਾਫਲੇ ਦੀ ਸਾਡੀ ਗੱਡੀ ਤੇ ਹਮਲਾ ਕੀਤਾ। ਅੱਜ ਅਸੀਂ ਉਸ ਗੱਲ ਤੇ ਖੜੇ ਆ। ठीक है, ਤੁਸੀਂ ਉਸ ਗੱਲ ਤੇ ਖੜੇ ਹੋ, ਲੇਕਿਨ ਪ੍ਰਸ਼ਾਸਨ ਨੇ ਤੁਹਾਡੀ ਸ਼ਿਕਾਇਤ ਤੇ ਕਾਰਵਾਈ ਨਹੀਂ ਕੀਤੀ ਤੇ ਤੁਸੀਂ ਮਜਬੂਰਨ ਜਿਹੜਾ ਇਹ ਫੈਸਲਾ ਵਾਪਸ ਲੈ ਰਹੇ ਹੋ ਵੀ ਲੋਕਾਂ ਨੂੰ ਤਕਲੀਫ ਨਾ ਹੋਵੇ ਇਹਦੇ ਕਰਕੇ। ਤੁਸੀਂ ਹੁਣ ਅੱਗੇ ਜੀ ਅਸੀਂ ਚਾਹੁੰਦੇ ਆ ਵੀ ਸਾਡਾ ਅੰਦੋਲਨ ਨਾ ਖਰਾਬ ਹੋਵੇ। ਇਹਦਾ ਜਿਹੜਾ ਜਵਾਬ ਆ ਆਉਣ ਵਾਲੇ ਟਾਈਮ 'ਚ ਸਾਡੇ ਪਿੰਡ ਦੇਣਗੇ। ਇਸੇ ਹਲਕੇ ਤੋਂ ਉਹ ਅਦਿੱਤਿਆ ਚੌਟਾਲਾ ਜਦੋਂ ਇਸ ਪਿੰਡਾਂ 'ਚ ਵੜੂਗਾ, ਇਹ ਜਨਤਾ ਇੱਥੋਂ ਦੀ ਵੋਟ ਦੇ ਜਵਾਬ 'ਚ ਉਹਨੂੰ ਜਵਾਬ ਦਊਗੀ। ਉਹਨੂੰ ਨਾ ਵੋਟ ਕਰਕੇ ਉਹਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਊਗਾ। ਤੇ ਬਾਕੀ ਅਸੀਂ ਸਾਰੀ ਦੁਨੀਆ ਦੇ ਧਿਆਨ 'ਚ ਲਿਆਉਣੇ ਚਾਹੁੰਦੇ ਆ ਵੀ ਦੇਖੋ, ਇਹ ਬੀਜੇਪੀ ਸਰਕਾਰ ਗੁੰਡੇ ਪੈਦਾ ਕਰ ਰਹੀ ਆ, ਪ੍ਰਸ਼ਾਸਨ ਇਹਨਾਂ ਦਾ ਸਾਥ ਦੇ ਰਿਹਾ, ਆਮ ਲੋਕਾਂ ਦੀ ਇੱਥੇ ਕੋਈ प्रोटेक्शन नहीं। चलिए, शुक्रिया बातचीत के लिए। तो यहाँ पे आपको बता दूं कि एसपी सिंह ने साफ किया है कि जो इनके साथ कहानी घटित हुई थी थाना के अंदर, और उसमें इन्होंने 3 नेताओं के नाम दिए थे, जिनमें आदित्य देवीलाल का नाम था, प्रदीप रातूसरिया का नाम था और एक हरीश मेहता का नाम था। इन तीनों नेताओं के नाम से जो है एप्लीकेशन नहीं लेने से ही मना कर दिया। तो इसको हम क्या कहेंगे? क्या सरकार का प्रेशर पुलिस कर्मचारियों पे, हमारी हरियाणा पुलिस पे साफ साफ देखने को मिल रहा है, या फिर पुलिस जो है वो जानबूझ करके इन नेताओं के खिलाफ, इनके खिलाफ मामला दर्ज जो है वो नहीं कर रही? क्या ये भी हो सकता है कि भारतीय जनता पार्टी की सरकार होने के बावजूद भी अगर भारतीय जनता पार्टी के नेताओं पे मुकदमा दर्ज हो जाता है तो सरकार की नाक एक बार फिर से कट रही है? तो ऐसा भी हो सकता है। आपको क्या लगता है? कमेंट करके ज़रूर बताइएगा। और किसानों का साफ तौर पर यही कहना है कि आने वाले समय में वो किसी और बड़ा आंदोलन नहीं करेंगे, क्योंकि अगर वो इस तरह से आंदोलन करते हैं तो मुख्य जो मुद्दा उनका है किसान आंदोलन का, उससे भटका हुआ वो महसूस करते हैं। तो ऐसे में किसानों के हितों के लिए, अपने आंदोलन को और ज़्यादा मजबूत करने के लिए इस मुहिम को किसानों ने यहीं पे रोक दिया है, अपने पैर पीछे खींच लिए हैं। प्रशासन के दबाव में कर लीजिए या फिर सरकार के दबाव में कर लीजिए, किसानों ने खुद माना है कि उनके ऊपर FIR दर्ज नहीं हो रही। तो ऐसे में इस आंदोलन को और लंबा खींचना पड़ता, जिससे कि इनका जो मुख्य आंदोलन है उस पर काफ़ी असर देखने को मिलता। तो ऐसे में इन्होंने ये आंदोलन जो है अभी यहीं समाप्त कर दिया है। आने वाले समय में जब चुनाव आएगा, चुनाव के अंदर इस मुद्दे को और ज़्यादा गंभीरता के साथ उठाने की बात किसानों ने कही है। खैर, आने वाले समय में पता चलेगा कि आखिर किस तरह का रिस्पांस जनता के द्वारा इन नेताओं को मिलता है। और प्रशासन का साफ तौर पे हम कह सकते हैं कि नेताओं के खिलाफ शिकायत ना लेना एक कहीं ना कहीं दबाव बनाने का काम जरूर करता है। कैमरा सहयोगी सुनील के साथ रमेश जाखड़ के हरियाणा।